ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਦਿੱਲੀ ਸਲਤਨਤ ਬਾਰੇ ਅਸੀਂ ਪਹਿਲਾਂ ਪੜ੍ਹ ਰਹੇ ਹਾਂ। ਉਸ ਦੇ ਅਧੀਨ ਇਬਰਾਹਿਮ ਲੋਧੀ ਬਾਰੇ ਅਸੀਂ ਪੜ੍ਹਾਂਗੇ। ਇਬਰਾਹਿਮ ਲੋਧੀ ਨੇ ਰਾਜ ਕੀਤਾ 1517 ਤੋਂ ਲੈ ਕੇ 1526 ਈਸਵੀ ਤੱਕ। ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਸੀ। ਲੋਧੀ ਵੰਸ਼ ਦੀ ਨੀਂਹ 1451 ਈਸਵੀ ਵਿੱਚ ਬਹਿਲੋਲ ਲੋਧੀ ਨੇ ਰੱਖੀ ਸੀ। ਬਹਿਲੋਲ ਲੋਧੀ ਤੋਂ ਬਾਅਦ ਉਸ ਦਾ ਪੁੱਤਰ ਨਿਜ਼ਾਮ ਖਾਨ ਭਾਵ ਸਿਕੰਦਰ ਲੋਧੀ ਦਿੱਲੀ ਦਾ ਸੁਲਤਾਨ ਬਣਿਆ ਸੀ। 1517 ਵਿੱਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਇਬਰਾਹਿਮ ਲੋਧੀ ਦਿੱਲੀ ਸਲਤਨਤ ਦਾ ਸੁਲਤਾਨ ਬਣਿਆ ਸੀ। ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਸੀ। ਉਹ 1517 ਈਸਵੀ ਵਿੱਚ ਦਿੱਲੀ ਸਲਤਨਤ ਦੀ ਗੱਦੀ ਉੱਪਰ ਬੈਠਾ। ਉਸਨੇ ਅਮੀਰਾਂ ਦੀ ਵੱਧ ਰਹੀ ਸ਼ਕਤੀ ਨੂੰ ਰੋਕਣ ਦਾ ਯਤਨ ਕੀਤਾ। ਉਸ ਸਮੇਂ ਜੋ ਸਰਦਾਰ ਸਨ, ਅਮੀਰ ਸਨ, ਉਹ ਆਪਣੇ ਆਪ ਨੂੰ ਉਹ ਵੀ ਪਠਾਨ ਸਨ ਅਤੇ ਉਹ ਇਬਰਾਹਿਮ ਲੋਧੀ ਨੂੰ ਇੱਕ ਸ਼ਾਸਕ ਦੇ ਰੂਪ ਵਿੱਚ ਨਹੀਂ ਦੇਖਦੇ ਸਨ। ਉਸ ਨੂੰ ਆਪਣੇ ਵਰਗਾ ਹੀ ਸਮਝਦੇ ਸਨ। ਕਾਬੁਲ, ਜੋ ਕਿ ਅਫਗਾਨਿਸਤਾਨ ਦੀ ਰਾਜਧਾਨੀ ਹੈ, ਕਾਬੁਲ ਦੇ ਸ਼ਾਸਕ ਬਾਬਰ ਨੇ ਭਾਰਤ ਉੱਪਰ ਹਮਲਾ ਕੀਤਾ। 1526 ਈਸਵੀ ਵਿੱਚ ਉਸਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ। 21 ਅਪ੍ਰੈਲ 1526 ਨੂੰ ਫਸਟ ਬੈਟਲ ਆਫ ਪਾਣੀਪਤ ਹੋਈ, ਜਿਸ ਦੇ ਵਿੱਚ ਇਬਰਾਹਿਮ ਲੋਧੀ ਦੀ ਹਾਰ ਹੋਈ ਅਤੇ ਉਹ ਮਾਰਿਆ ਗਿਆ ਅਤੇ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਸੀ ਅਤੇ ਬਾਬਰ ਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। ਇਬਰਾਹਿਮ ਲੋਧੀ ਲੜਾਈ ਵਿੱਚ ਮਾਰਿਆ ਗਿਆ। ਇਬਰਾਹਿਮ ਦੀ ਮੌਤ ਨਾਲ ਦਿੱਲੀ ਸਲਤਨਤ ਦੇ ਰਾਜ ਦਾ ਅੰਤ ਹੋ ਗਿਆ ਅਤੇ ਬਾਬਰ ਨੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ। ਇਬਰਾਹਿਮ ਲੋਧੀ ਕਿਸ ਦਾ ਪੁੱਤਰ ਸੀ? ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਸੀ। 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 ਪਹਿਲਾ, ਦਿੱਲੀ ਸਲਤਨਤ ਦੇ ਰਾਜ ਦਾ ਅੰਤ ਕਿਵੇਂ ਹੋਇਆ? ਇਬਰਾਹਿਮ ਦੀ ਮੌਤ ਨਾਲ ਦਿੱਲੀ ਸਲਤਨਤ ਦੇ ਰਾਜ ਦਾ ਅੰਤ ਹੋ ਗਿਆ। ਦੂਜਾ, ਇੱਥੇ ਤੱਕ। ਇਬਰਾਹਿਮ ਦੀ ਮੌਤ ਨਾਲ ਦਿੱਲੀ ਸਲਤਨਤ ਦਾ ਅੰਤ ਹੋ ਗਿਆ। ਇਹ ਪਹਿਲਾ ਹੈ, ਇਹ ਦੂਜਾ। ਖਾਲੀ ਸਥਾਨ ਭਰੋ। ਦੇ ਸ਼ਾਸਕ ਨੇ ਭਾਰਤ ਉੱਪਰ ਹਮਲਾ ਕੀਤਾ। ਕਾਬੁਲ ਦੇ ਸ਼ਾਸਕ, ਇਹ ਪਹਿਲੀ ਫਿਲਪ ਆ ਗਈ, ਪਹਿਲੀ ਫਿਲਪ। ਕਾਬੁਲ ਦੇ ਸ਼ਾਸਕ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ। ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਬਾਬਰ ਨੇ, ਇਹ ਦੂਜਾ ਫਿਲਪ। ਬਾਬਰ ਨੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਬਰਾਹਿਮ ਲੋਧੀ 1527 ਈਸਵੀ ਨੂੰ ਦਿੱਲੀ ਸਲਤਨਤ ਦੀ ਰਾਜਗੱਦੀ 'ਤੇ ਬੈਠਾ। ਗਲਤ ਹੈ, 1517 'ਚ ਬੈਠਿਆ ਸੀ। 1526 ਈਸਵੀ ਵਿੱਚ ਇਬਰਾਹਿਮ ਲੋਧੀ ਜਿੱਤ ਗਿਆ। ਗਲਤ ਹੈ, ਹਾਰਿਆ ਸੀ। ਦੋਨੋਂ ਹੀ ਗਲਤ ਨੇ। ਤਾਂ ਇੱਥੇ ਆਊਗਾ ਕਾਬੁਲ, ਤਾਂ ਪਹਿਲੀ ਫਿਲਪ 'ਚ ਆਊਗਾ ਕਾਬੁਲ, ਦੂਜੀ ਫਿਲਪ 'ਚ ਬਾਬਰ। ਤਾਂ ਪਹਿਲਾ ਕੁਐਸਚਨ ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਪੁੱਤਰ ਸੀ। ਦੂਜੇ ਕੁਐਸਚਨ ਦਾ ਦਿੱਲੀ ਸਲਤਨਤ ਦੇ ਰਾਜ ਦਾ ਅੰਤ ਕਿਵੇਂ ਹੋਇਆ? ਇਬਰਾਹਿਮ ਲੋਧੀ ਦੀ ਮੌਤ ਦੇ ਨਾਲ। ਦੂਜਾ ਆਨਸਰ ਇਹ ਆ ਜਾਏਗਾ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ ਹੈ। ਹੂਜ ਸਨ ਵਾਜ ਇਬਰਾਹਿਮ ਲੋਧੀ? ਇਬਰਾਹਿਮ ਲੋਧੀ ਵਾਜ ਦਾ ਸਨ ਆਫ ਸਿਕੰਦਰ ਲੋਧੀ। ਪਹਿਲਾ ਆਨਸਰ, ਇਬਰਾਹਿਮ ਲੋਧੀ ਵਾਜ ਦਾ ਸਨ ਆਫ ਸਿਕੰਦਰ ਲੋਧੀ। ਹਾਊ ਡਿਡ ਦਾ ਰੂਲ ਆਫ ਦਿੱਲੀ ਸਲਤਨਤ ਕਮ ਟੂ ਐਨ ਐਂਡ? ਵਿਦ ਦਾ ਡੈਥ ਆਫ ਇਬਰਾਹਿਮ ਲੋਧੀ। ਹਿਜ਼ ਕੱਟ ਕੇ ਇੱਥੇ ਪਾ ਲਿਓ, ਇਬਰਾਹਿਮ ਲੋਧੀ ਕਰਨਾ ਇੱਥੇ। ਵਿਦ ਦਾ ਡੈਥ ਆਫ ਇਬਰਾਹਿਮ ਲੋਧੀ, ਦਾ ਰੂਲ ਆਫ ਦਿੱਲੀ ਸਲਤਨਤ ਕੇਮ ਟੂ ਐਨ ਐਂਡ। ਵਿਦ ਦਾ, ਹਿਜ਼ ਕੱਟ ਕੇ ਇਬਰਾਹਿਮ ਲੋਧੀ। ਵਿਦ ਦਾ ਡੈਥ ਆਫ ਇਬਰਾਹਿਮ ਲੋਧੀ, ਦਾ ਰੂਲ ਆਫ ਦਿੱਲੀ ਸਲਤਨਤ ਕੇਮ ਟੂ ਐਂਡ। ਵਿਦ ਦਾ ਡੈਥ ਆਫ
Ibrahim Lodi. The rule of Delhi Sultanate came to an end. Fill in the blanks. The ruler of Kabul. The ruler of Kabul. ਇੱਥੇ ਕਾਬੁਲ ਆ ਜਾਊਗਾ, ਕਾਬੁਲ. Dash founded the Mughal Empire in India. Babur. 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 Babur founded the Mughal Empire in India. The first will of Kabul, second Babur. True false? Ibrahim Lodi sat on the throne of Delhi in 1527 AD. False. False. In 1526 AD, Ibrahim Lodi won the Battle of Panipat. False. ਇਹ ਵੀ ਗਲਤ ਹੈ. ਹਾਰ ਗਿਆ ਸੀ, ਜਿੱਤਿਆ ਨਹੀਂ ਸਿੱਧਾ, ਦੋਨੋਂ ਹੀ ਗਲਤ ਹਨ. ਦੋਨੋਂ ਹੀ ਗਲਤ ਹਨ. ਇਸ ਤਰ੍ਹਾਂ ਅਸੀਂ ਨੇ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੰਮ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ. ਧੰਨਵਾਦ.